ਐਵੇਂ ਮੁੜ ਮੁੜ ਕੇ ਕੀ ਸੋਚਦਾ ਰਹਿੰਦਾ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜਾਪ ਕਰਿਆ ਕਰ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੇ ਤੇਰਾ ਸਾਥ ਦੇਣਾ, ਇਸ ਨੇ ਹੀ ਤੇਰੀ ਅਗਵਾਈ ਕਰਨੀ ਹੈ। ਇਸ ਵਾਸਤੇ ਭਾਈ ਰੱਬ ਜੀ ਦਾ ਨਾਮ ਜਪਿਆ ਕਰ। ਰੱਬ ਜੀ ਦਾ ਨਾਮ ਜਪਣ ਦਾ ਭਾਵ ਆ ਵੀ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਪਿਆਰ ਨਾਲ ਸਮਝਿਆ ਕਰ, ਵਿਚਾਰਿਆ ਕਰ। ਤਾਂ ਸਾਧ ਸੰਗਤ ਜੀ ਲੜੀਵਾਰ ਵਿਚਾਰਾਂ ਆਪਾਂ ਸਰਵਣ ਕਰ ਰਹੇ ਸਾਂ। ਤਾਂ ਗੁਰੂ ਪਿਆਰਿਓ, ਇਸ ਤਰੀਕੇ ਨਾਲ ਜੋ ਬਾਬਾ ਅਟਲ ਰਾਏ ਸਾਹਿਬ ਜੀ, ਉਹਨਾਂ ਦਾ ਸਾਧ ਸੰਗਤ ਜੀ ਇਤਿਹਾਸ ਆਪਾਂ ਵਿਚਾਰ ਰਹੇ ਸਾਂ ਵੀ ਉਹਨਾਂ ਨੇ ਆਪਣੇ ਦੋਸਤ ਭਾਈ ਮੋਹਨ ਨੂੰ ਜਿਉਂਦਿਆਂ ਕਰ ਦਿੱਤਾ। ਅਤੇ ਮੋਹਨ ਦੇ ਮਾਂ ਪਿਓ ਦੀ ਇਸ ਵੇਲੇ ਦੀ ਖੁਸ਼ੀ ਦਾ ਕੌਣ ਵਰਣਨ ਕਰ ਸਕਦਾ ਹੈ, ਜਿਨ੍ਹਾਂ ਆਪਣੇ ਇਕਲੌਤੇ ਪੁੱਤਰ ਨੂੰ ਮੌਤ ਦੇ ਪੰਜਿਓਂ ਛੁੱਟਿਆ ਪਾਇਆ। ਜਿੰਨੇ ਲੋਕ ਬੈਠੇ ਸਨ ਸਭ ਲੱਗ ਪਏ ਮੋਹਨ ਦੇ ਮਾਪਿਆਂ ਨੂੰ ਵਧਾਈਆਂ ਦੇਣ ਔਰ ਮਹਾਰਾਜ ਨੂੰ ਨਮਸਕਾਰ ਕਰਨ, ਕਹਿਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਹਨ, ਫਿਰ ਐਸੇ ਕਿਉਂ ਨਾ ਹੋਣ। ਇਹ ਗੱਲ ਇੱਕ ਡਾਢੇ ਅਚੰਭੇ ਦੀ ਸੀ। ਅਚੰਭੇ ਦੀ ਕੀ, ਅਲੌਕਿਕ ਸੀ, ਹੈਰਾਨ ਕਰ ਦੇਣ ਵਾਲੀ ਗੱਲ ਸੀ। ਮੁਰਦੇ ਜਿਉਣਾ ਇੱਕ ਅਨਹੋਣੀ ਗੱਲ ਸੀ। ਲੋਕ ਹੱਕੇ ਬੱਕੇ ਤਾਂ ਬਹੁਤ ਹੁੰਦੇ ਸਨ, ਪਰ ਗੁਰੂ ਘਰ ਦੀ ਸ਼ਕਤੀ ਤੋਂ ਸਾਰੇ ਜਾਣੂ ਸਨ ਕਿ ਇਹ ਮਨੁੱਖ ਮਾਤਰ ਨਹੀਂ ਹਨ। ਇਹਨਾਂ ਵਿਖੇ ਕਿਸੇ ਪ੍ਰਕਾਰ ਹੀ ਪ੍ਰਕਾਸ਼ ਦੀ ਜੋਤ ਜਗਮਗਾ ਰਹੀ ਹੈ, ਜਿਸ ਦੇ ਅੱਗੇ ਮੁਰਦੇ ਜਿਵਾਉਣੇ ਤਾਂ ਕੁਛ ਗੱਲ ਨਹੀਂ ਸੀ। ਸ੍ਰਿਸ਼ਟੀ ਦੀ ਰਚਨਾ ਹੀ ਉਸ ਦੇ ਆਧਾਰਪੁਰ ਹੈ। ਬਾਬਾ ਜੀ ਦਾ ਤਾਂ ਆਪਣੇ ਮਿੱਤਰ ਮੋਹਨ ਔਰ ਹੋਰ ਸਭ ਸਖਿਆਂ ਨੂੰ ਨਾਲ ਲੈ ਕੇ ਆਪਣੀ ਖੇਡਣ ਵਾਲੀ ਥਾਂ ਆ ਗਏ ਬਾਬਾ ਜੀ ਤਾਂ, ਔਰ ਖੇਡ ਮਚਾ ਦਿੱਤੀ। ਉੱਧਰ ਇਸ ਗੱਲ ਦੀ ਧੂਮ ਸਾਰੇ ਸ਼ਹਿਰ ਵਿੱਚ ਮਚ ਗਈ। ਭਈ ਬਾਬਾ ਜੀ ਨੇ ਆਪਣੇ ਇੱਕ ਮ੍ਰਿਤਕ ਸਖਾ ਨੂੰ ਜਿਵਾਲਿਆ ਹੈ। ਹੁੰਦਿਆਂ ਹੁੰਦਿਆਂ ਇਹ ਗੱਲ ਤਖਤ ਅਕਾਲ ਬੁੰਗੇ ਜੀ ਦੇ ਅੱਗੇ ਦੀਵਾਨ ਵਿੱਚ, ਜਿੱਥੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਸਨ, ਉੱਥੇ ਵੀ ਇਹ ਗੱਲ ਚੱਲ ਪਈ। ਇੱਕ ਸਿੱਖ ਜਿਸ ਨੇ ਇਹ ਸਭ ਤਮਾਸ਼ਾ ਆਪਣੀ ਅੱਖੀਂ ਦੇਖਿਆ ਸੀ, ਉੱਠ ਕੇ ਸਭ ਬਿਰਤਾਂਤ ਆਖ ਸੁਣਾਇਆ ਔਰ ਨਾਲ ਹੀ ਮਹਾਰਾਜ ਨੂੰ ਵਧਾਈ ਦਿੱਤੀ ਕਿ ਹੇ ਮਹਾਰਾਜ, ਆਪ ਦੀ ਅੰਸ਼ ਕਿਉਂ ਐਸੀ ਕਿਰਪਾਲ ਨਾ ਹੋਵੇ, ਜਦ ਆਪ ਐਸੇ ਦਾਸ ਰੱਖਿਅਕ ਔਰ ਉਪਕਾਰੀ ਹੋ। ਇਹ ਗੱਲ ਅਜੇ ਸਿੱਖ ਦੇ ਮੂੰਹ ਵਿੱਚ ਹੀ ਸੀ, ਜੋ ਐਨੇ ਨੂੰ ਮੋਹਨ ਦਾ ਪਿਤਾ ਗੁਰਮੁਖ ਔਰ ਹੋਰ ਸਭ ਸਾਕ ਸੰਬੰਧ ਮਹਾਰਾਜ ਦੇ ਦੀਵਾਨ ਵਿੱਚ ਆਣ ਹਾਜ਼ਰ ਹੋਏ ਔਰ ਆਪਣੀ ਅਤਿਅੰਤ ਸ਼ੁਕਰਗੁਜ਼ਾਰੀ ਨੂੰ ਪ੍ਰਗਟ ਕੀਤਾ। ਸਤਿਗੁਰਾਂ ਸਭ ਨੂੰ ਆਦਰ ਸਤਿਕਾਰ ਨਾਲ ਬਿਠਾਇਆ ਔਰ ਸਭ ਦੇ ਉੱਤਰ ਵਿੱਚ ਇਹੀ ਕਿਹਾ ਕਿ ਇਹ ਸਭ ਸ਼੍ਰੀ ਗੁਰੂ ਨਾਨਕ ਦੇਵ ਜੀ ਔਰ ਸਾਧ ਸੰਗਤ ਦੀ ਬਖਸ਼ਿਸ਼ ਹੈ, ਗੁਰੂ ਨਾਨਕ ਦੇਵ ਗੋਵਿੰਦ ਰੂਪ ਦੀ। ਜਦ ਵਿਦਾ ਹੋਏ ਤਾਂ ਲੱਗੇ ਮਹਾਰਾਜ ਆਪਣੇ ਮਨ ਵਿੱਚ ਵਿਚਾਰ ਕਰਨ ਕਿ ਪਰ ਉਪਕਾਰ
ਅਰ ਦਇਆ ਤਾਂ ਅਟਲ ਰਾਏ ਨੇ ਉੱਤਮ ਕੀਤੀ। ਕੰਮ ਤੇ ਠੀਕ ਆ, ਪਰਉਪਕਾਰ ਕੀਤਾ, ਕਿਸੇ ਤੇ ਦਇਆ ਕੀਤੀ ਆ, ਕਿਸੇ ਦਾ ਬੁਢੇਪੇ ਦੇ ਵਿੱਚ ਹੋਇਆ ਇਕਲੌਤਾ ਹੀ ਪੁੱਤਰ ਜਿਉਂਦਾ ਕਰ ਦਿੱਤਾ, ਠੀਕ ਆ। ਪਰੰਤੂ ਅਕਾਲ ਪੁਰਖ ਦੇ ਭਾਣੇ ਵੱਲ ਅਟਲ ਰਾਏ ਨੇ ਦ੍ਰਿਸ਼ਟੀ ਨਹੀਂ ਕੀਤੀ। ਰੱਬ ਜੀ ਦੇ ਭਾਣੇ ਵਿੱਚ ਦਖਲ ਦਿੱਤਾ। ਇਹ ਵਸਤ ਬੜੀ ਕਠਨ ਔਰ ਅਮੇਵ ਹੈ। ਅਮੇਵ ਜਿਹੜੀ ਮੇਵ ਨਾ ਸਕੇ, ਜਿਹੜੀ ਸਮਾ ਨਾ ਸਕੇ, ਆਪਣੇ ਆਪ ਵਿੱਚ ਜਰ ਨਹੀਂ ਸਕਿਆ ਔਰ ਨਾ ਹੀ ਸਮਾਂ ਵਿਚਾਰਿਆ ਹੈ। ਜਦ ਕੋਈ ਤੁਰਕਾਂ ਦਾ ਅਥਵਾ ਹਿੰਦੂਆਂ ਦਾ ਮਰ ਜਾਇਆ ਕਰੇਗਾ ਤਾਂ ਇਸ ਦੇ ਅੱਗੇ ਆਣ ਰੱਖਿਆ ਕਰਨਗੇ ਔਰ ਮਿੰਨਤਾਂ ਕਰਨਗੇ ਕਿ ਇਸ ਨੂੰ ਜਿਵਾ ਦਿਓ। ਜੇ ਨਾ ਜਿਵਾਉਣਗੇ ਤਦ ਵਿਖਾਂਤ ਵਧੂ, ਲੜਾਈ ਝਗੜਾ ਵਧੂ। ਲੋਕੀ ਕਹਿਣਗੇ ਬਾਬਾ ਅਟਲ ਰਾਏ ਨੂੰ ਵੀ ਜੇ ਤੁਸੀਂ ਆਪਣੇ ਮਰੇ ਹੋਏ ਸਾਥੀ ਨੂੰ ਜਿਉਂਦਿਆਂ ਕਰ ਸਕਦੇ ਜੇ ਤੇ ਜਿਹੜੇ ਸਾਡੇ ਮਰਦੇ ਨੇ ਇਹਨਾਂ ਨੂੰ ਵੀ ਜਿਉਂਦਿਆਂ ਕਰੋ। ਫਿਰ ਜੇ ਨਾ ਕੀਤਾ ਕਹਿਣਗੇ ਤੁਸੀਂ ਵਿਤਕਰਾ ਕਰਦੇ ਹੋ। ਤੇ ਜੇ ਜਿਵਾ ਦੇਣਗੇ ਤਦ ਉਸ ਕਰਤਾਰ ਦੇ ਨਾਲ ਕਿ ਜਿਸ ਦਾ ਅਸਾਂ ਭਾਣਾ ਮਨਾਉਣਾ ਹੈ ਸ਼ਰੀਕਾ ਹੋ ਗਿਆ। ਈਸ਼ਵਰ ਦੀ ਆਗਿਆ ਨਾਲ ਮਰੇ ਔਰ ਅਸੀਂ ਉਸ ਨੂੰ ਜਿਵਾਈਏ, ਕਿੱਡੀ ਯੋਗ ਗੱਲ ਹੈ। ਇਹ ਤੇ ਰੱਬ ਦੇ ਭਾਣੇ ਵਿੱਚ ਦਖਲ ਹੋ ਗਿਆ ਨਾ ਵੀ ਰੱਬ ਜੀ ਕੁਝ ਹੋਰ ਚਾਹੁੰਦੇ ਆ ਤੇ ਮੈਂ ਕੁਝ ਹੋਰ ਕਰਨਾ ਚਾਹੁੰਦਾ। ਰੱਬ ਜੀ ਮੇਰੇ ਸਰੀਰ ਦੇ ਉੱਤੇ ਕੇਸ ਉਗਾਉਣਾ ਚਾਹੁੰਦੇ ਆ, ਮੈਂ ਕਹਿੰਦਾ ਮੈਂ ਨਹੀਂ ਉੱਗਣ ਦੇਣੇ। ਇਹ ਤੇ ਰੱਬ ਦੇ ਭਾਣੇ 'ਚ ਦਖਲ ਹੋ ਗਿਆ ਨਾ, ਸ਼ਰੀਕਾ ਹੋ ਗਿਆ। ਤਾਂ ਅਰ ਸੰਤ ਜਨ ਕਰਾਮਾਤ ਨੂੰ ਕਹਿਰ ਸਮਝਦੇ ਨੇ। ਜੇ ਅਸੀਂ ਹੁਣ ਨਾ ਸਮਝਾਇਆ ਤਾਂ ਇਹ ਗੱਲ ਵੱਧ ਜਾਵੇਗੀ। ਇਹੋ ਜਿਹੀਆਂ ਗੱਲਾਂ ਮਹਾਰਾਜ ਅਜੇ ਸੋਚਦੇ ਹੀ ਪਏ ਸਨ, ਜੋ ਬਾਬਾ ਜੀ ਵੀ ਆਪਣੇ ਸਖਿਆਂ ਨੂੰ ਨਾਲ ਲਏ ਹੋਏ ਦੀਵਾਨ ਵਿੱਚ ਆਣ ਨਿਕਲੇ। ਸਖੇ ਤਾਂ ਸਭ ਦੀਵਾਨ ਵਿੱਚ ਪਿੱਛੇ ਹੋ ਕੇ ਬੈਠ ਗਏ ਔਰ ਇਹ ਪਿਤਾ ਜੀ ਨੂੰ ਚਰਨ ਬੰਦਨਾ ਕਰਨ ਵਾਸਤੇ ਅੱਗੇ ਵਧੇ। ਮਹਾਰਾਜ ਨੇ ਉਹਨਾਂ ਨੂੰ ਵੇਖ ਕੇ ਕੋਲ ਸੱਦਿਆ ਔਰ ਆਖਣ ਲੱਗੇ, ਬੇਟਾ ਵੇਖ, ਅੱਜ ਜੋ ਕੁਝ ਤੂੰ ਕੀਤਾ ਹੈ ਸਭ ਅਯੋਗ ਕੀਤਾ ਹੈ। ਤੂੰ ਉਸ ਅਜ਼ਰ ਵਸਤੂ ਨੂੰ ਜਰ ਨਹੀਂ ਸਕਿਆ। ਮਰਨਾ ਜੰਮਣਾ ਸਭ ਉਸ ਕਰਤਾਰ ਦੇ ਭਾਣੇ ਵਿੱਚ ਹੈ। ਤੇਰੇ ਪਿਤਾਮਾ ਜੀ ਦਾ ਵਾਕ ਹੈ, ਤੇਰੇ ਦਾਦਾ ਜੀ ਦਾ ਵਾਕ ਆ ਗੁਰੂ ਅਰਜਨ ਸਾਹਿਬ ਦਾ, ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਸੁਖਮਨੀ ਸਾਹਿਬ 'ਚ ਲਿਖਿਆ ਉਹਨਾਂ ਨੇ। ਉਸ ਨੂੰ ਮਿਟਾਉਣਾ ਪਰਮੇਸ਼ਰ ਦਾ ਸ਼ਰੀਕਾ ਕਰਨਾ ਹੈ। ਤੂੰ ਸੋਚ, ਜਿਸ ਪਾਸ ਅੱਗ ਹੋਵੇ ਉਸ ਨੂੰ ਅੱਗ ਦੇ ਸ਼ੁਭ ਅਰ ਜੋਗ ਵਰਤਾਓ ਦੀ ਸੋਚ ਚਾਹੀਏ, ਨਹੀਂ ਤਾਂ ਹਾਨੀ ਹੁੰਦੀ ਆ। ਜਿਹਦੇ ਕੋਲ ਅੱਗ ਹੋਵੇ ਉਹਨੂੰ ਅੱਗ ਵਰਤਣੀ ਵੀ ਆਉਂਦੀ ਹੋਣੀ ਚਾਹੀਦੀ ਆ। ਭਾਵੇਂ ਤੇ ਅੱਗ ਦੇ ਨਾਲ ਰੋਟੀ ਪਾਣੀ ਤਿਆਰ ਕਰ ਲਓ ਤੇ ਭਾਵੇਂ ਅੱਗ ਦੇ ਨਾਲ ਸਾਰਾ ਕੁਝ ਹੀ ਸਾੜ ਦਿਓ। ਤੂੰ ਉਸ ਵੇਲੇ ਕਰਤਾਰ ਦੇ ਭਾਣੇ ਵੱਲ ਨਹੀਂ ਡਿੱਠਾ। ਇਹ ਲੜਕਾ ਜਿਸ ਦਸ਼ਾ ਵਿੱਚ ਸੀ ਕਰਤਾਰ ਦੇ ਹੁਕਮ ਵਿੱਚ ਸੀ ਅਰ ਤੂੰ ਪਿਤਾ ਅਕਾਲ ਪੁਰਖ ਤੋਂ ਆਗਿਆ ਲੀਤੇ ਬਿਨਾ ਉਸ ਦੇ ਕਾਰਜ ਵਿੱਚ ਹੱਥ ਪਾਇਆ। ਕਰਤਾਰ ਨੂੰ ਭਗਤਾਂ ਦੀ ਕੀਤੀ ਪ੍ਰਵਾਨ ਹੈ। ਇਹ ਠੀਕ ਆ ਵੀ ਜੋ ਰੱਬ ਦੇ ਪਿਆਰੇ ਭਗਤ ਕਹਿ ਦੇਣ ਵਾਹਿਗੁਰੂ ਜੀ ਕਰ ਦਿੰਦੇ ਨੇ, ਪਰ ਭਗਤਾਂ ਨੂੰ ਇਹ ਸੋਚ ਹੋਣੀ ਚਾਹੀਏ ਕਿ ਬਿਨਾ ਭਾਣੇ ਮੰਨੇ ਦੇ ਭਗਤੀ ਪ੍ਰਾਪਤ ਨਹੀਂ ਹੁੰਦੀ। ਸੋ ਜਦ ਭਾਣਾ ਭਗਤੀ ਦੀ ਪੌੜੀ ਹੈ
ਤਦ ਉਸ ਪੌੜੀ ਦੇ ਡੰਡੇ ਭੰਨਣੇ ਅਯੋਗ ਹਨ। ਜਿਹਨੇ ਭਗਤੀ ਕਰਨੀ ਹੋਵੇ ਉਹਨੂੰ ਸਭ ਤੋਂ ਪਹਿਲਾਂ ਰੱਬ ਦਾ ਭਾਣਾ ਮੰਨਣਾ ਪੈਂਦਾ। ਉਹ ਅਲੱਗ ਗੱਲ ਆ ਵੀ ਵਾਹਿਗੁਰੂ ਜੀ ਆਪਣੇ ਭਗਤਾਂ ਦਾ ਕਿਹਾ ਮੋੜਦੇ ਨਹੀਂ। ਰੱਬ ਜੀ ਨੂੰ ਆਪਣੇ ਭਗਤੀ ਕਰਨ ਵਾਲੇ ਬਹੁਤ ਪਿਆਰੇ ਹੁੰਦੇ ਨੇ, ਪਰ ਭਗਤੀ ਕਰਨ ਵਾਲਿਆਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਵੀ ਮੈਂ ਕੋਈ ਇਹੋ ਜਿਹੀ ਮੰਗ ਨਹੀਂ ਕਰਨੀ ਜਿਹੜੀ ਵਾਹਿਗੁਰੂ ਜੀ ਨੂੰ ਨਾ ਪਸੰਦ ਹੋਵੇ, ਜਿਹਦੇ ਵਿੱਚ ਭਾਣੇ ਵਿੱਚ ਦਖਲ ਹੁੰਦਾ ਹੋਵੇ। ਜਿਵੇਂ ਜਿਹੜੇ ਸਿਆਣੇ ਬੱਚੇ ਨੇ ਉਹ ਸਾਧ ਸੰਗਤ ਜੀ ਆਪਣੇ ਮਾਤਾ ਪਿਤਾ ਦੇ ਕੋਲੋਂ ਜੇ ਕੁਝ ਮੰਗਣ ਤੇ ਉਹ ਬੜੇ ਸੋਚ ਸਮਝ ਕੇ ਡਿਮਾਂਡ ਰੱਖਦੇ ਆ, ਸੋਚ ਸਮਝ ਕੇ ਮੰਗ ਕਰਦੇ ਆ। ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਮਾਤਾ ਪਿਤਾ ਮੇਰੇ ਨਾਲ ਬਹੁਤ ਕਰਦੇ ਨੇ ਪਿਆਰ, ਮੈਂ ਜਿਹੜੀ ਗੱਲ ਮੂੰਹੋਂ ਕੱਢ ਦਿੱਤੀ ਇਹਨਾਂ ਨੇ ਕਰ ਹੀ ਦੇਣੀ ਆ, ਭਾਵੇਂ ਇਹਨਾਂ ਦੀ ਕੈਪੈਸਿਟੀ ਹੋਵੇ ਭਾਵੇਂ ਨਾ, ਭਾਵੇਂ ਸਮਰੱਥਾ ਹੋਵੇ ਭਾਵੇਂ ਨਾ। ਜਿਹੜੀ ਮੈਂ ਡਿਮਾਂਡ ਕੀਤੀ ਉਹ ਇਹਨਾਂ ਦੇ ਧਿਆਨ 'ਚ ਆ ਜਾਣੀ ਵੀ ਮੇਰਾ ਪੁੱਤਰ ਫਲਾਨੀ ਚੀਜ਼ ਮੰਗਦਾ। ਇਹਦੇ ਨਾਲੋਂ ਚੰਗਾ ਕੀ ਹੈ ਵੀ ਮੈਂ ਆਪ ਖੁਦ ਸੋਚ ਵਿਚਾਰ ਕੇ ਉਹ ਮੰਗ ਕਰਾਂ। ਵੇਖੋ ਪਿਤਾ ਜੀ ਨੇ ਲਾਹੌਰ ਦੇ ਨਵਾਬ ਦੇ ਹੱਥੀਂ ਕਿੱਡੇ ਖੇਦ ਝੱਲੇ ਹਨ ਗੁਰੂ ਅਰਜਨ ਸਾਹਿਬ ਨੇ, ਪਰ ਸੀ ਨਹੀਂ ਕੀਤੀ, ਕਿਉਂਕਿ ਭਾਣਾ ਮੰਨਣਾ ਉਹਨਾਂ ਦਾ ਨੇਮ ਸੀ। ਜੇ ਉਹ ਚਾਹੁੰਦੇ ਤਦ ਦੁੱਖ ਦਾਤਿਆਂ ਨੂੰ ਫਨਾਹ ਕਰ ਦਿੰਦੇ, ਖਤਮ ਕਰ ਦਿੰਦੇ ਜਿਹੜੇ ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਉਂਦੇ ਸੀ। ਪਰੰਤੂ ਇਹ ਸੋਚ ਕੇ ਕਿ ਇਹ ਬੰਦੇ ਦੁੱਖ ਨਹੀਂ ਦੇ ਸਕਦੇ, ਜੋ ਕੁਝ ਹੋ ਰਿਹਾ ਹੈ ਪਿਆਰੇ ਦੇ ਭਾਣੇ ਵਿੱਚ ਹੈ, ਇਸ ਕਰਕੇ ਉਸ ਨੂੰ ਸਹਾਰਨਾ ਸਾਡਾ ਕੰਮ ਹੈ। ਹਾਂ, ਇਹ ਵਿਚਾਰ ਕੇ ਉਹਨਾਂ ਸਭੇ ਖੇਦ ਸਹਾਰੇ। ਸਾਡੇ ਘਰ ਦਾ ਨਿਯਮ ਰਜ਼ਾਪੁਰ ਰਾਜੀ ਰਹਿਣਾ ਹੈ, ਤੂੰ ਉਸ ਨੂੰ ਭੰਗ ਕੀਤਾ ਹੈ। ਜੇਕਰ ਕਹੇਂ ਤਾਂ ਸਾਡੇ ਵੱਡੇ ਕਰਾਮਾਤਾਂ ਕਰਦੇ ਰਹੇ ਹਨ, ਸੋ ਪੁੱਤਰ ਉਹ ਜੋ ਕੁਝ ਕਰਦੇ ਰਹੇ ਹਨ ਉਸ ਕਰਤਾਰ ਦੇ ਹੁਕਮ ਵਿੱਚ ਕਰਦੇ ਰਹੇ ਹਨ। ਉਹਨਾਂ ਦੀ ਕਰਾਮਾਤ ਕਰਨੀ ਵੀ ਭਾਣੇ ਵਿੱਚ ਸੀ, ਕਿਉਂਕਿ ਉਹ ਆਪ ਗੁਰੂ ਸਨ। ਤੈਂ ਇਸ ਗੱਲ ਦੀ ਵਿਚਾਰ ਨਹੀਂ ਕੀਤੀ, ਇਹ ਤੂੰ ਪੁੱਤਰ ਗਲਤ ਕੀਤਾ। ਉਹ ਗੁਰੂ ਸਾਹਿਬ ਤੇ ਆਪ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸੀ, ਉਹ ਕਰਨ ਉਹਨਾਂ ਨੂੰ ਪ੍ਰਵਾਨ ਆ, ਉਹ ਸਮਝੋ ਰੱਬ ਹੀ ਕਰ ਰਿਹਾ। ਪਰ ਸਾਡੇ ਤੁਹਾਡੇ ਵਰਗਾ ਕੋਈ ਮਨੁੱਖ ਜਿਹਦੇ ਵਿੱਚ ਕੋਈ ਚਾਰ ਸ਼ਕਤੀਆਂ ਆ ਜਾਣ, ਉਹ ਲੋਕਾਂ ਨੂੰ ਡਰਾਉਂਦਾ ਫਿਰੇ, ਮੈਂ ਇਸ ਤਰ੍ਹਾਂ ਕਰ ਦਾਂਗਾ, ਮੈਂ ਇਸ ਤਰ੍ਹਾਂ, ਜੇ ਤੁਸੀਂ ਮੈਨੂੰ ਦਾਨ ਨਾ ਦਿੱਤਾ ਮੈਂ ਤੁਹਾਨੂੰ ਸ਼ਰਾਪ ਦੇ ਦਾਂਗਾ। ਇਹ ਆਮ ਲੋਕਾਂ ਨੂੰ, ਭਗਤਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਅਟਲ ਰਾਏ ਹੈਰਾਨੀ ਦੀ ਮੂਰਤ ਬਣੇ ਖੜੇ ਸਨ, ਅੱਖਾਂ ਜ਼ਮੀਨ ਪੁਰ ਗੱਡੀਆਂ ਸਨ, ਔਰ ਅਚਲ ਸੀ, ਔਰ ਇਹ ਜਾਪਦਾ ਸੀ ਕਿ ਕਿਸੇ ਅਸਚਰਜ ਡੂੰਘੀ ਸੋਚ ਵਿੱਚ ਪਏ ਹਨ ਕਿ ਮਾਨੋ ਆਤਮਾ ਸਰੀਰ ਤੋਂ ਉਪਰਾਮ ਹੋ ਗਿਆ ਹੈ, ਮਾਨੋ ਆਤਮਾ ਦਾ ਸਰੀਰ ਨਾਲ ਕੋਈ ਮੋਹ ਹੀ ਨਹੀਂ ਰਿਹਾ। ਇਹ ਵੀ ਵੇਖੋ ਕਿੰਨੀ ਵੱਡੀ ਗੱਲ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਝਿੜਕ ਰਹੇ ਨੇ, ਆਪਣੇ ਪੁੱਤਰ ਨੂੰ ਸਮਝਾ ਰਹੇ ਨੇ, ਤੇ ਅੱਗਿਓਂ ਜਿਹੜਾ ਉਹਨਾਂ ਦਾ ਬੱਚਾ ਵਾ ਉਹਨੇ ਨੀਵੀਂ ਪਾਈ ਹੋਈ ਆ, ਆਪਣੇ ਪਿਤਾ ਜੀ ਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਪਿਆ ਵਾ। ਕੀ ਮਤਲਬ ਆ ਵੀ ਆਪਣੇ ਪਿਤਾ ਜੀ ਦੀ ਗੱਲ ਨੂੰ ਕੱਟਦਾ ਹੋਵੇ, ਅੱਗਿਓਂ ਕੋਈ ਬਹਿਸ ਕਰਦਾ ਹੋਵੇ? ਨਹੀਂ, ਸੱਤ ਬਚਨ ਕਹਿ ਕੇ ਮੰਨ ਰਿਹਾ। ਜਿਵੇਂ ਆਪਾਂ ਅੱਜ ਕੱਲ੍ਹ ਵੇਖਦੇ ਹਾਂ ਨਾ ਵੀ ਬੱਚੇ ਨੂੰ ਕੋਈ ਗੱਲ ਸਮਝਾਈਏ, ਆਪਾਂ ਇੱਕ ਸਮਝਾਉਂਦੇ ਹਾਂ, ਉਹ ਸਾਨੂੰ ਅੱਗਿਓਂ ਦੋ ਸਮਝਾਉਂਦਾ, ਬਹਿਸ ਕਰਦੇ। ਫਿਰ ਮਾਤਾ ਪਿਤਾ ਨੂੰ ਵੀ ਗੁੱਸਾ ਆਉਂਦਾ ਵੀ ਤੂੰ ਥੋੜ੍ਹੀ ਬਾਲੀ ਜਰਨ ਸ਼ਕਤੀ ਰੱਖ, ਜਿਹੜੀ ਮੈਂ ਗੱਲ ਕਹਿ ਰਿਹਾ ਉਹਨੂੰ ਚੁੱਪ ਕਰਕੇ ਮੰਨ। ਤੇ ਵੇਖੋ ਬਾਬਾ ਅਟਲ ਰਾਏ ਜੀ ਪੂਰਨੇ ਪਾ ਰਹੇ ਨੇ ਵੀ ਮਾਤਾ ਪਿਤਾ ਜੀ ਦੀ ਗੱਲ ਕਿਵੇਂ ਸੁਣਨੀ ਆ। ਗੁਰੂ ਸਾਹਿਬ ਵੀ ਪਲਕ ਚੁੱਪ ਰਹੇ, ਫਿਰ ਉਚਾਰਨ ਲੱਗੇ, ਪਰ ਉਪਕਾਰ ਕਰਕੇ ਪਛਤਾਉਣਾ ਵੀ ਮਾੜੀ ਗੱਲ ਹੈ। ਇਹ ਵੀ ਮਾੜੀ ਗੱਲ ਆ ਵੀ ਕੋਈ ਚੰਗਾ ਕੰਮ ਕਰ ਦਿੱਤਾ ਤੇ ਬਾਅਦ 'ਚ ਪਛਤਾਉਣਾ ਵੀ ਨਾ ਹੀ ਕਰਦੇ। ਕਿਸੇ ਨੂੰ ਕੋਈ ਦਾਨ ਪੁੰਨ ਨਹੀਂ ਕਰ ਦੇਣਾ, ਫਿਰ ਕਹਿਣਾ ਵੀ ਮੇਰਾ ਤੇ ਖਰਚਾ ਹੀ ਬੜਾ ਹੋ ਗਿਆ, ਇਹ ਵੀ ਨਹੀਂ ਚੰਗੀ ਗੱਲ।
ਪਰ ਉਪਕਾਰ ਕਰਕੇ, ਸੇਵਾ ਕਰਕੇ, ਕੋਈ ਚੰਗਾ ਕੰਮ ਕਰਕੇ ਪਛਤਾਈ ਦਾ ਵੀ ਨਹੀਂ ਆ। ਹੁਣ ਤੇ ਇੱਕ ਹੱਲ ਹੋ ਸਕਦਾ, ਹੁਣ ਤਾਂ ਮੋਹਨ ਦੇ ਬਦਲੇ ਜਿੰਦ ਚਾਹੀਏ। ਮੋਹਨ ਆਇਆ, ਮਰਿਆ ਹੋਇਆ, ਉਹਦੀ ਥਾਂ ਤੇ ਕਿਸੇ ਨੂੰ ਜਾਣਾ ਪਏਗਾ ਹੁਣ। ਤੇ ਜਾਵੇ ਕੌਣ? ਚਾਹੇ ਅਸੀਂ ਦੇਈਏ, ਚਾਹੇ ਤੂੰ, ਕਿਉਂਕਿ ਤੂੰ ਅਜਰ ਵਸਤੂ ਨੂੰ ਜਰਿਆ ਨਹੀਂ। ਜਰ ਕੇ ਵਰਤ ਦੋ ਅਰ ਭਾਣੇ ਵੱਲ ਨਜ਼ਰ ਰੱਖ ਦੋ, ਤਦ ਤਾਂ ਖੈਰ ਮੇਰ ਸੀ। ਪਰ ਤੂੰ ਜੋ ਖੇਲ ਕੀਤੀ ਹੈ, ਸੋ ਕਰਤਾਰ ਦਾ ਸ਼ਰੀਕਾ ਹੈ। ਕਰਤਾਰ ਦੀ ਇਹ ਦਿਆਲਤਾ ਕਿ ਭਗਤਾਂ ਦਾ ਕਿਹਾ ਨਾ ਉਲਟਾਏ, ਤੇ ਭਗਤ ਜਨ ਇਸ ਕਿਰਪਾ ਨੂੰ ਜਰ ਕੇ ਨਾ ਭੋਗਣ, ਕਿੰਨੀ ਮਾੜੀ ਗੱਲ ਹੈ। ਵੀ ਰੱਬ ਜੀ ਨੂੰ ਜੋ ਕਹੋਗੇ ਰੱਬ ਜੀ ਨੇ ਤੇ ਕਰ ਹੀ ਦੇਣਾ, ਪਰ ਉਹ ਭਗਤਾਂ ਨੂੰ ਚਾਹੀਦਾ ਵੀ ਕੋਈ ਅਣਹੋਣੀਆਂ ਗੱਲਾਂ ਨਾ ਕਰਨ। ਮੋਹਨ ਜਿਉਂਦਾ ਰਹੇ, ਪਰ ਉਸ ਦੇ ਬਦਲੇ ਤੇਰੀ ਅਵੱਗਿਆ ਦੇ ਕਾਰਨ ਜਾਂ ਅਸੀਂ ਚੱਲੀਏ ਜਾਂ ਤੂੰ। ਇਹ ਬਚਨ ਸੁਣਨ ਤੋਂ ਮਗਰੋਂ ਅਟਲ ਰਾਏ ਜੀ ਪਿਤਾ ਨੂੰ ਮੱਥਾ ਟੇਕਿਆ, ਅਰ ਚੁੱਪਚਾਪ ਪਿਛਲੇ ਪੈਰੀ ਮੁੜੇ, ਅਰ ਹਰਮੰਦਰ ਜੀ ਦਾ ਦਰਸ਼ਨ ਕਰਦੇ ਅੰਮ੍ਰਿਤਸਰ ਜੀ ਦੀ ਦੱਖਣ ਬਾਹੀ ਵੱਲ ਮੁਖ ਕਰ ਦਿੱਤਾ। ਅਰ ਕੌਲਸਰ ਦੇ ਕੰਢੇ ਆ ਕੇ ਅਟਲ ਰਾਏ ਜੀ ਠਹਿਰ ਗਏ। ਤਦ ਉਹਨਾਂ ਦੇ ਸਖੇ ਲੁਕ ਕੇ ਬੈਠ ਗਏ ਕਿ ਵੇਖੀਏ ਇਹ ਕੀ ਕੁਝ ਕਰਦੇ ਹਨ। ਇੱਥੇ ਆ ਕੇ ਮਹਾਰਾਜ ਨੇ ਇਸ਼ਨਾਨ ਕੀਤਾ, ਅਰ ਅਕਾਲ ਪੁਰਖ ਦੀ ਪ੍ਰਬਲ ਭਾਵੀ ਨੂੰ ਲੱਖ ਮਤਲਬ ਜਾਣ ਕੇ ਇਹੀ ਹੈ ਵਾਹਿਗੁਰੂ ਜੀ ਦਾ ਭਾਣਾ। ਹੁਣ ਜਿਹੜੀ ਗੱਲ ਪਿਤਾ ਜੀ ਨੇ ਸਮਝਾਈ ਆ, ਆਪਣੀ ਦੇਹ ਨੂੰ ਅਨਿੱਤ ਸਮਝ, ਅਰ ਕਿਸੇ ਤਰ੍ਹਾਂ ਦਾ ਹਰਖ ਸੋਗ ਨਾ ਕਰ। ਥੋੜੀ ਜਿਹੀ ਦੂਰ ਜਾ ਕੇ ਆਸਨ ਬਣਾ ਬਿਰਾਜਮਾਨ ਹੋ ਗਏ। ਸ਼੍ਰੀ ਜਪਜੀ ਸਾਹਿਬ ਦਾ ਇੱਕ ਮਨ ਹੋ ਪਾਠ ਕੀਤਾ, ਅਰ ਬ੍ਰਿਤੀ ਪਰਮਾਨੰਦ ਵਿੱਚ ਲੀਨ ਕਰ। ਦੁਪੱਟਾ ਤਾਨ ਭਾਵ ਆਪਣੇ ਸਰੀਰ ਦੇ ਉੱਤੇ ਕੱਪੜਾ ਲੈ ਲਿਆ, ਖੂੰਡੀ ਨੂੰ ਸਿਰਹਾਣੇ ਰੱਖ ਜਿਹਦੇ ਨਾਲ ਖਿੱਦੋ ਖੇਡਦੇ ਸੀ। ਮਹਾਰਾਜ ਲੇਟ ਗਏ। ਬਾਬਾ ਅਟਲ ਰਾਏ ਜੀ ਨੂੰ ਭਾਈ ਵੀਰ ਸਿੰਘ ਜੀ ਨੇ ਇੱਥੇ ਮਹਾਰਾਜ ਸ਼ਬਦ ਲਿਖਿਆ। ਅਰ ਜਿਸ ਤਰ੍ਹਾਂ ਕੋਈ ਸੱਪ ਆਪਣੀ ਕੁੰਝ ਨੂੰ ਛੱਡ ਦੇਵੇ, ਇਸ ਤਰ੍ਹਾਂ ਆਪ ਆਪਣੀ ਦੇਹ ਛੱਡ ਸੱਚਖੰਡ ਦਰਬਾਰ ਵਿੱਚ ਸੰਮਤ 1695 ਬਿਕਰਮੀ ਅੱਸੂ ਵਦੀ 10ਵੀਂ ਡੇਢ ਪਹਿਰ ਦਿਨ ਚੜ੍ਹੇ ਜਾ ਪ੍ਰਾਪਤ ਹੋਏ। ਉਹ ਕਿਰਪਾਨਾਂ ਡੱਬੇ 'ਚ ਨੇ। ਤਾਂ ਸਾਧ ਸੰਗਤ ਜੀ ਆਪਣਾ ਸਰੀਰ ਤਿਆਗ ਦਿੱਤਾ। ਇੱਧਰ ਸਭ ਸਖਾ ਅਰ ਟਹਿਲੀਆਂ ਨੇ ਜੋ ਲੁਕ ਕੇ ਸਭ ਗੱਲ ਦੇਖ ਰਹੇ ਸਨ। ਜਦ ਡਿੱਠਾ ਕਿ ਮਹਾਰਾਜ ਦੁਪੱਟਾ ਤਾਣ ਕੇ ਲੇਟ ਗਏ ਹਨ, ਤਦ ਰਹਿ ਨਾ ਸਕੇ। ਕੋਲ ਆ ਕੇ ਹਿਲਾਉਣਾ ਜਲਾਉਣ ਲੱਗੇ, ਵੀ ਹਿਲਾਈਏ ਜੁਲਾਈਏ। ਇੱਕ ਜਣਾ ਪੈਰਾਂ ਨੂੰ ਹਲੂਣ ਕਰਨ ਲੱਗ ਪਿਆ। ਭਈ ਕਿਸੇ ਤਰ੍ਹਾਂ ਬੋਲਣ, ਕੋਈ ਕਹੇ ਬਾਬਾ ਜੀ ਉੱਠੋ, ਸਾਡੇ ਨਾਲ ਤਾਂ ਬੋਲੋ ਚਾਲੋ। ਪਰ ਹੁਣ ਬਾਬੇ ਹੁਰੀ ਤਾਂ ਕਿਸੇ ਹੋਰ ਮੌਜ ਵਿੱਚ ਸਨ। ਸਖਿਆਂ ਨੂੰ ਉੱਤਰ ਦਿੰਦਾ ਕੌਣ? ਉਹਨਾਂ ਨਾਲ ਖੇਡਦਾ ਮੱਲਦਾ ਕੌਣ? ਟੂਟੀ ਤੰਤ ਨਾ ਬਜੇ ਰਬਾਬ। ਰਬਾਬ ਦੀ ਤੰਦ ਹੀ ਟੁੱਟ ਜਾਵੇ, ਜਿਹੜੇ ਤੰਤੀ ਸਾਜ਼ ਨੇ ਉਹਨਾਂ ਦੀ ਤੰਦ ਹੀ ਟੁੱਟ ਜਾਵੇ, ਰਬਾਬ ਕਿੱਥੋਂ ਵੱਜੇ? ਸੋ ਇਹਨਾਂ ਵਿਚਾਰਿਆਂ ਦੀਆਂ ਗੱਲਾਂ ਦਾ ਕਿਸੇ ਉੱਤਰ ਨਾ ਦਿੱਤਾ। ਵਿੱਚੋਂ ਇੱਕ ਜਣਾ ਬੋਲ ਉੱਠਿਆ,
ਯਾਰੋ ਇੱਥੇ ਤਾਂ ਕੁਝ ਹੋਰ ਭਾਣਾ ਵਰਤਿਆ ਹੋਇਆ ਦਿਸਦਾ ਹੈ। ਬਾਬੇ ਹੋਰੀ ਤਾਂ ਸੱਚਖੰਡ ਪਧਾਰੇ ਹੋਏ ਮਾਲੂਮ ਹੁੰਦੇ ਹਨ, ਨਹੀਂ ਤਾਂ ਸਾਡੇ ਨਾਲ ਬੋਲਦੇ ਨਾ। ਚਲੋ ਸ਼ਹਿਰ ਚੱਲ ਕੇ ਗੁਰੂ ਸਾਹਿਬ ਨੂੰ ਖਬਰ ਦੇਈਏ। ਇਸ ਗੱਲ ਨੇ ਉਹਨਾਂ ਮੁਹੱਬਤੀ ਪੁਤਲਿਆਂ ਵਿੱਚ ਜਾਦੂ ਭਰਿਆ ਅਸਰ ਕੀਤਾ। ਸਾਰੇ ਚੁੱਪਚਾਪ ਇੱਕ ਹੈਰਾਨੀ ਜਹੀ ਵਿੱਚ ਹੋ ਗਏ। ਕੁਝ ਤਾਂ ਖਬਰ ਦੇਣ ਵਾਸਤੇ ਦੌੜੇ, ਔਰ ਕੁਝ ਮਹਾਰਾਜ ਦੇ ਇਰਦੇ ਗਿਰਦੇ ਹੀ ਬੈਠ ਲੱਗ ਗਏ ਵਿਰਲਾਪ ਕਰਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਜੇ ਤਖਤ ਸਾਹਿਬ ਦੀਵਾਨ ਲਾਈ ਹੀ ਬੈਠੇ ਸਨ, ਔਰ ਕਈ ਜ਼ਰੂਰੀ ਵਿਸ਼ਿਆਂ ਪਰ ਗੱਲਾਂ ਹੋ ਰਹੀਆਂ ਸਨ, ਜੋ ਇੰਨੇ ਨੂੰ ਉਹ ਬਾਲਕ ਵੀ ਆਣ ਪਹੁੰਚੇ। ਝਿਜਕਦੇ ਅੱਗੇ ਤਾਂ ਨਾ ਵਧੇ, ਦੂਰੋਂ ਹੀ ਇੱਕ ਸਿੱਖ ਨੂੰ ਸੱਦ ਕੇ, ਜੋ ਸ਼੍ਰੀ ਬਾਬਾ ਜੀ ਦਾ ਟਹਿਲੀਆ ਸੀ, ਸਾਰੀ ਗੱਲ ਉਸ ਨੂੰ ਆਖ ਸੁਣਾਈ। ਸਿੱਖ ਨੇ ਪਹਿਲਾਂ ਤਾਂ ਇਸ ਗੱਲ ਨੂੰ ਬਾਲਕ ਪੁਣੇ ਦੀ ਹੀ ਗੱਲ ਸਮਝਿਆ, ਪਰ ਜਦ ਉਹਨਾਂ ਬਾਲਕਾਂ ਬਹੁਤ ਕਿਹਾ ਕਹਾਇਆ, ਤਦ ਉਸ ਦੀਆਂ ਵੀ ਸਤੇ ਸੁੱਧਾਂ ਭੁੱਲ ਗਈਆਂ। ਦੀਵਾਨ ਵਿੱਚ ਆ ਗੁਰੂ ਸਾਹਿਬ ਜੀ ਦੇ ਹਜ਼ੂਰ ਸਾਰੀ ਗੱਲ ਹੌਲੀ ਜਿਹੀ ਆਖ ਸੁਣਾਈ। ਜਾਣੀ ਜਾਣ ਮਹਾਰਾਜ ਇੱਕ ਛਿਨ ਵਿੱਚ ਸਾਰੀ ਗੱਲ ਸਮਝ ਗਏ, ਔਰ ਸ਼ਾਹਜ਼ਾਦੇ ਦੀ ਮ੍ਰਿਤੂ ਸੁਣ ਕੇ ਰਹਿ ਨਾ ਸਕੇ। ਤਦ ਖਿਨ ਬਾਲਕਿਆਂ ਨੂੰ ਨਾਲ ਲੈ ਜਿੱਧਰ ਉਹਨਾਂ ਕਿਹਾ ਸੀ ਤੁਰ ਪਏ। ਮਗਰ ਮਗਰ ਸਿੱਖ ਸੰਗਤਾਂ ਵੀ ਲੱਗ ਤੁਰੀਆਂ। ਉੱਥੇ ਆ ਕੇ ਮਹਾਰਾਜ ਨੇ ਜਦ ਸਾਹਿਬਜ਼ਾਦੇ ਦੀ ਦੇਹ ਨੂੰ ਨਿਰਾਤਮਕ ਡਿੱਠਾ, ਤਦ ਉਸ ਅਕਾਲ ਪੁਰਖ ਦਾ ਭਾਣਾ ਮਨ ਬੈਠ ਗਏ। ਹੁੰਦਿਆਂ ਹੁੰਦਿਆਂ ਇੱਧਰ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ। ਤਦ ਮਹਾਰਾਜ ਦੇ ਮਹਿਲੀਂ ਇਹ ਖਬਰ ਪਹੁੰਚੀ। ਮਾਤਾ, ਦਾਦੀ ਜੀ ਔਰ ਹੋਰ ਸਭ ਸਨੇਹੀਆਂ ਨੂੰ ਖੇਦ ਹੋਇਆ, ਔਰ ਹੋਣਹਾਰ ਸੁਪੁੱਤਰ ਦੇ ਅੰਤਲੇ ਦੀਦਾਰ ਲਈ ਵੈਰਾਗ ਦੀਆਂ ਮੂਰਤਾਂ ਹੋ ਉਧਰ ਤੁਰੀਆਂ। ਇਸ ਵੇਲੇ ਸੰਗਤਾਂ ਵੀ ਆਣ ਜੁੜੀਆਂ ਸਨ, ਔਰ ਵਿਰਲਾਪ ਲੱਗੀਆਂ ਕਰਨ। ਪਰ ਸਤਿਗੁਰਾਂ ਬਹੁਤ ਵੈਰਾਗਮਈ ਉਪਦੇਸ਼ ਸਿੱਖ ਸੰਗਤਾਂ ਨੂੰ ਦਿੱਤੇ, ਔਰ ਸੰਗਤਾਂ ਦੇ ਮਨ ਦੂਜੇ ਪਾਸੇ ਲਾਏ ਤੇ ਰਬਾਬੀਆਂ ਨੂੰ ਸਦਵਾ ਭੇਜਿਆ, ਜਿਨ੍ਹਾਂ ਆ ਕੇ ਵਡਹੰਸ ਦੀ ਵਾਰ ਔਰ ਹੋਰ ਕਈ ਪ੍ਰੇਮ ਭਰੇ ਸ਼ਬਦ ਪੜ੍ਹੇ। ਜਿਹੜੀ ਵਡਹੰਸ ਦੀ ਵਾਰ ਆ, ਜਿਹੜਾ ਰੋਜ਼ ਸਵੇਰੇ ਇੱਥੇ ਸਹਿਜ ਪਾਠ ਕਰਦੇ ਆ, ਰਾਗ ਵਡਹੰਸ ਦਾ ਪਾਠ ਕੀਤਾ ਜਾ ਰਿਹਾ। ਉਹਦੇ ਵਿੱਚੋਂ ਆ 2-4 ਦਿਨਾਂ ਤੱਕ ਵਡਹੰਸ ਕੀ ਵਾਰ ਵੀ ਸ਼ੁਰੂ ਹੋਵੇਗੀ, ਉਹ ਵੀ ਆਪ ਸੰਗਤਾਂ ਨੇ ਸਰਵਣ ਕਰਨੀ। ਰਾਗੀ ਸਿੰਘਾਂ ਨੇ ਆ ਕੇ ਵਡਹੰਸ ਦੀ ਵਾਰ ਔਰ ਕਈ ਪ੍ਰੇਮ ਭਰੇ ਸ਼ਬਦ ਪੜ੍ਹੇ। ਪਰ ਤਦ ਵੀ ਪ੍ਰੇਮੀਆਂ ਦੇ ਪ੍ਰੇਮ ਨਾ ਝੱਲੇ ਗਏ। ਹੁਣ ਸਤਿਗੁਰਾਂ ਚੰਦਨ ਔਰ ਹੋਰ ਕਈ ਪ੍ਰਕਾਰ ਦੀਆਂ ਸੁਗੰਧੀ ਵਾਲੀਆਂ ਲੱਕੜੀਆਂ ਲਿਆਉਣ ਦੀ ਆਗਿਆ ਕੀਤੀ। ਭਾਈ ਬਿਧੀ ਚੰਦ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਇਹ ਅਸਥਾਨ ਉਜਾੜ ਬੀਆਬਾਨ ਹੈ, ਕਿਤੇ ਸ਼ਹਿਰ ਦੇ ਨੇੜੇ ਚੱਲ ਕੇ ਬਾਬਾ ਜੀ ਦੀ ਦੇਹ ਨੂੰ ਜਲਾਓ। ਗੁਰੂ ਸਾਹਿਬ ਬੋਲੇ, ਭੋਲਿਆ, ਜਿਸ ਥਾਂ ਅਜਿਹੇ ਮਹਾਂਪੁਰਖ ਚਲਾਣੇ ਕਰਦੇ ਹਨ, ਉਹ ਥਾਂ ਵੀ ਕਦੀ ਉਜਾੜਾ ਰਹੀਆਂ ਹਨ। ਭਾਵੇਂ ਹੁਣ ਇਹ ਜੰਗਲ ਹੈ, ਪਰੰਤੂ ਘੁੱਗ ਵਸੇਗਾ। ਇੱਥੇ 9 ਛੱਤਾ ਸੁਨਹਿਰੀ ਮੰਦਰ ਬਣੇਗਾ, 9 ਮੰਜ਼ਲਾਂ ਵਾਲਾ। ਸ਼੍ਰੀ ਦਰਬਾਰ ਸਾਹਿਬ ਦੇ ਯਾਤਰੀ ਇੱਥੇ ਦਰਸ਼ਨ ਜ਼ਰੂਰ ਕਰਨਗੇ। ਸ਼ਹਿਰ ਰਾਮਦਾਸਪੁਰੇ ਦੀ ਠਾਣੇਦਾਰੀ ਇਸ ਮੰਦਰ ਦੀ ਹੋਵੇਗੀ, ਔਰ ਗਰੀਬਾਂ ਦਾ ਆਸਰਾ ਭਰਨਾ ਹੋਵੇਗਾ। ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਠਾਣੇਦਾਰ ਗੁਰਦੁਆਰਾ ਹੋਵੇਗਾ, ਸਭ ਤੋਂ ਉੱਚਾ, ਹਰਿਮੰਦਰ ਸਾਹਿਬ ਤੋਂ ਵੀ ਉੱਚਾ।
ਅਰ ਗਰੀਬਾਂ ਦਾ ਆਸਰਾ ਭਰਨਾ ਹੋਵੇਗਾ। ਇਹ ਪੁੱਤਰ ਸੁਪੁੱਤਰ ਹੈ, ਜਿਸ ਨੇ ਆਗਿਆ ਪਾਲੀ ਹੈ। ਇਹ ਮੇਰੇ ਸੰਗ, ਮੈਂ ਇਸ ਦੇ ਨਾਲ ਹਾਂ। ਇਹ ਮ੍ਰਿਤਕ ਨਹੀਂ ਹੋਇਆ, ਸਦਾ ਜਿਉਂਦਾ ਹੈ। ਸਿੱਖਾਂ ਦੇ ਪੁੱਤਰ ਇਹਨਾਂ ਦਾ ਸਮਾਚਾਰ ਸੁਣ ਕੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ, ਜਦੋਂ ਸਿੱਖਾਂ ਦੇ ਬੱਚੇ ਇਸ ਸਾਖੀ ਨੂੰ ਸੁਣਿਆ ਕਰਨਗੇ, ਉਹ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਕਿੱਦਾਂ ਹੋਣਾ ਇਹ ਸਿੱਖਣਗੇ। ਸੋ ਸਭ ਵਾਕ ਸਤ ਹੋਏ। ਇੱਥੇ ਸਾਧ ਸੰਗਤ ਜੀ ਅੱਜ ਕੱਲ੍ਹ ਸ਼੍ਰੀ ਅੰਮ੍ਰਿਤਸਰ ਜੀ ਵਿੱਚ ਜਿੱਥੇ ਬਾਬਾ ਅਟਲ ਰਾਏ ਜੀ ਦਾ ਮੰਦਰ ਔਰ ਆਸੇ ਪਾਸੇ ਸ਼ਹਿਰ ਵਸਦਾ ਹੈ, ਉਸ ਸਮੇਂ ਇਹ ਸਥਾਨ ਇੱਕ ਘਣਾ ਜੰਗਲ ਹੁੰਦਾ ਸੀ। ਔਰ ਅੰਮ੍ਰਿਤਸਰ ਸ਼ਹਿਰ ਸ੍ਰੀ ਹਰਿਮੰਦਰ ਸਾਹਿਬ ਦੀ ਪਰਲੀ ਤਰਫ, ਜਿੱਥੇ ਅੱਜ ਕੱਲ੍ਹ ਗੁਰੂ ਕਾ ਬਾਜ਼ਾਰ ਔਰ ਗੁਰੂ ਕੇ ਮਹਿਲ ਹਨ, ਵਸਦਾ ਸੀ। ਪਰ ਇੱਥੇ ਹੁਣ ਵੇਖੋ ਕੋਈ ਪਤਾ ਹੀ ਨਹੀਂ ਲੱਗਦਾ ਜਿੱਦਾਂ ਬਿਲਕੁਲ ਇਹ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ ਦੇ ਨਾਲ ਹੀ ਹੋਵੇ। ਕੋਈ ਸੋਚ ਵੀ ਨਹੀਂ ਸਕਦਾ ਕਿ ਬਾਬਾ ਅਟਲ ਰਾਏ ਜੀ ਨੇ ਜੰਗਲ ਵਿੱਚ ਜਾ ਕੇ ਆਪਣੇ ਪ੍ਰਾਣ ਤਿਆਗੇ, ਉਜਾੜ ਵਿੱਚ ਗਏ। ਜਿੱਥੇ ਬਾਬਾ ਅਟਲ ਰਾਏ ਜੀ ਨੇ ਸਰੀਰ ਤਿਆਗਿਆ, ਉੱਥੇ ਇਤਨਾ ਵੱਡਾ 9 ਮੰਜ਼ਿਲਾਂ ਵਾਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਿਉਂਕਿ ਬਾਬਾ ਅਟਲ ਰਾਏ ਜੀ ਨੇ ਜਦੋਂ ਸਰੀਰ ਤਿਆਗਿਆ, ਉਹਨਾਂ ਦੀ ਉਮਰ 9 ਸਾਲ ਦੇ ਲਗਭਗ ਸੀ। ਸਿੱਖ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਨੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਸਾਧ ਸੰਗਤ ਜੀ ਐਸੀਆਂ ਗਥਾਵਾਂ ਹਨ। ਇਹਨੇ ਗੁਰੂ ਸਾਹਿਬ ਜੀ ਮਹਾਰਾਜ ਭਾਣੇ ਵਿੱਚ ਰਹਿਣ ਵਾਲੇ, ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਦਖਲ ਨਾ ਦੇਣ ਵਾਲੇ, ਉਹਨਾਂ ਨੇ ਵੇਖੋ ਕਿਤਨੀਆਂ ਮਹਾਨ ਸਿੱਖਿਆਵਾਂ ਦਿੱਤੀਆਂ। ਬੇਸ਼ੱਕ ਇਹ ਗੱਲ ਸਮਝਾਉਣ ਵਾਸਤੇ ਉਹਨਾਂ ਨੂੰ ਆਪਣੇ ਪਿਆਰੇ ਪੁੱਤਰ ਨੂੰ ਹੀ ਕਹਿਣਾ ਪਿਆ ਵੀ ਪੁੱਤਰ ਤੂੰ ਹੁਣ ਸੰਸਾਰ ਵਿੱਚ ਰਹਿ ਨਹੀਂ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜਿਹੜੇ ਸਾਰਿਆਂ ਤੋਂ ਵੱਡੇ ਸਪੁੱਤਰ ਸੀ ਨਾ, ਬਾਬਾ ਗੁਰਦਿੱਤਾ ਜੀ, ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ। ਉਹ ਕੀਰਤਪੁਰ ਸਾਹਿਬ ਦੇ ਇਲਾਕੇ 'ਚ ਸ਼ਿਕਾਰ ਖੇਡਣ ਵਾਸਤੇ ਗਏ। ਉਹ ਸਾਖੀ ਅੱਗੇ ਆਵੇਗੀ, ਮੈਂ ਤੁਹਾਨੂੰ ਡਿਟੇਲ 'ਚ ਸੁਣਾਵਾਂਗਾ। ਸ਼ਿਕਾਰ ਖੇਡਣ ਵਾਸਤੇ ਗਏ, ਇੱਕ ਤੀਰ ਕਿਸੇ ਗਾਂ ਨੂੰ ਵੱਜ ਗਿਆ। ਸਾਥੀ ਕਹਿਣ ਲੱਗੇ ਤੇ ਬਹੁਤ ਮਾੜਾ ਹੋਇਆ ਜੀ, ਪਹਾੜੀਏ ਲੋਕ ਆਣ ਕੇ ਸਾਡੇ ਗਲ ਪੈਣਗੇ, ਲੜਾਈ ਝਗੜਾ ਕਰਨਗੇ। ਬਾਬਾ ਗੁਰਦਿੱਤਾ ਜੀ ਨੇ ਪੁੱਛਿਆ ਹੁਣ ਕੀ ਕਰੀਏ? ਸਾਥੀ ਕਹਿਣ ਲੱਗੇ ਇੱਦਾਂ ਕਰੋ, ਮਰੀ ਹੋਈ ਗਊ ਜਿਉਂਦੀ ਕਰ ਦਿਓ, ਸਾਰਾ ਝਗੜਾ ਹੀ ਖਤਮ ਹੋਏਗਾ, ਕਿਸੇ ਨੂੰ ਪਤਾ ਹੀ ਨਾ ਚੱਲੇਗਾ। ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਵੀ ਇਹ ਗਲਤ ਨਹੀਂ ਹੋ ਜਾਏਗਾ। ਸਾਥੀ ਕਹਿਣ ਲੱਗੇ ਵੀ ਆਪਾਂ ਕਿਹੜਾ ਕਿਸੇ ਨੂੰ ਦੱਸਣਾ, ਬਾਬਾ ਜੀ ਕਰੋ ਕਿਰਪਾ ਨਾਲੇ, ਤੇ ਪਰਉਪਕਾਰ ਆ, ਵਿਚਾਰੇ ਗਰੀਬ ਨੇ। ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਊ ਕੀਰਤਪੁਰ ਦੇ ਇਲਾਕੇ ਵਿੱਚ ਜਿਉਂਦਿਆਂ ਕਰ ਦਿੱਤੀ। ਤੇ ਇੱਥੇ ਵੀ ਉਹੀ ਸਾਧ ਸੰਗਤ ਜੀ ਫਿਰ ਗੱਲ ਹੋਈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪਤਾ ਚੱਲਿਆ, ਉਹਨਾਂ ਨੇ ਕਿਹਾ ਪੁੱਤਰ ਤੈਨੂੰ ਆਪਣੇ ਛੋਟੇ ਭਰਾ ਦੇ ਸਾਖੀ ਦਾ ਨਹੀਂ ਪਤਾ ਚੱਲਿਆ ਵੀ ਉਹਨੇ ਵੀ ਇਸ ਤਰ੍ਹਾਂ ਕੀਤਾ ਸੀ। ਬਾਬਾ ਗੁਰਦਿੱਤਾ ਜੀ ਚੁੱਪ ਕਰਕੇ ਉੱਥੋਂ ਗਏ, ਜਿੱਥੇ ਬਾਬਾ ਬੁੱਢਣ ਸ਼ਾਹ ਜੀ ਦੀ ਪਹਾੜੀ ਆ, ਉਸ ਪਹਾੜੀ ਦੇ ਸਾਹਮਣੇ ਜਾ ਕੇ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ। ਤੋ ਸਾਧ ਸੰਗਤ ਜੀ ਐਸੀਆਂ ਇਹ ਗੁਰੂ ਘਰ ਦੀਆਂ ਸਾਖੀਆਂ ਨੇ, ਜਿੱਥੇ ਗੁਰੂ ਸਾਹਿਬ ਨੇ ਸਿਧਾਂਤ ਨੂੰ ਪਹਿਲਾਂ ਰੱਖਿਆ, ਬੇਸ਼ੱਕ ਆਪਣੇ ਪੁੱਤਰ ਨੂੰ ਵੀ ਕੁਰਬਾਨ ਕਰਨਾ ਪੈ ਗਿਆ। ਇਹ ਵਿਚਾਰਾਂ ਆਪ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ। ਕੱਲ੍ਹ ਨੂੰ ਸਾਧ ਸੰਗਤ ਜੀ ਸੰਗਰਾਂਦ ਦਾ ਦਿਹਾੜਾ ਹੈ। ਭਾਈ ਹਰਭਜਨ ਸਿੰਘ ਹੋਰਾਂ ਵੱਲੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ, ਕਿਉਂਕਿ ਸਤਿਗੁਰੂ ਜੀ ਨੇ